मूरत अनपहो प्रकाश अमितोज कहजै। कोट इंद्र इंद्राण साहे साहाण गणजै। त्रिभुवन महीप सुर नर असुर नेत नेत बन तृण कहत। त्वै सर्ब नाम कथय कवन कर्म नाम बरनत समत। त्वै सर्ब नाम कथय कवन कर्म नाम बरनत समत। प्रभ दातो दातार परयो जाचक एक सरना। मिलै दान संत रैन जेह लग भवजल तरना। बिनत करो अरदास सुनो जे ठाकुर भावै। देहो दरस मन चाओ भगत एहो मन ठहरावै। बलियो चराग अंधियार मह सब कल उधरी एक नाम धर्म। प्रगट सगल हर भवन मह जन नानक गुर पार ब्रह्म। प्रगट सगल हर भवन मह जन नानक गुर पार ब्रह्म। जब लो नहीं भाग लिलार उदय तब लो भ्रमते फिरते बहुतायो। कल घोर समुद्र में बूढ़त थे कब हूँ मिटह नहीं रे पछतायो। तत् विचार यह मथुरा जग तारन को अवतार बनायो। जपयो जन अर जन देव गुरु फिर संकट जोन गर्भ न आयो। हम अब गुण भरे एक गुण नाही। अमृत छाड़ बिख बिख खाई। माया मोह परम पै भूले। सुत दारा स्यों प्रीत लगाई। एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की गुर रामदास रखो सरनाई। सो कहो टल गुर सेविय अहनस सहज सुभाए। दर्शन परसै गुरु कै जन्म मरण दुख जाए। सिफत खसंबंधी नूर अर सौ कुर सौ चटिया। तुद डिठे सच्चे पातशाह माल जन्म जन्म दी कटिया। सजन सच्चा पातशाह सिर साहब साहो। जिस पास बैठया सोहिया सबना दावे साहो। सतनाम श्री वाहिगुरु साहिब जी। गुजरी महला पंजवा। गुर प्रसादी प्रभ त्याया।
ਗਈ ਸੰਕਾ ਟੂਟ, ਦੁਖ ਹਨੇਰਾ ਭੈ ਬਿਨਾਸੇ, ਪਾਪ ਗਏ ਨਿਖੂਟ। ਗੁਰ ਪ੍ਰਸਾਦੀ ਪ੍ਰਭ ਧਿਆਇਆ, ਗਈ ਸੰਕਾ ਟੂਟ, ਦੁਖ ਹਨੇਰਾ ਭੈ ਬਿਨਾਸੇ, ਪਾਪ ਗਏ ਨਿਖੂਟ। ਹਰ ਹਰ ਨਾਮ ਕੀ ਮਨ ਪ੍ਰੀਤ, ਮਿਲ ਸਾਧ ਬਚਨ ਗੋਬਿੰਦ ਧਿਆਏ, ਮਹਾ ਨਿਰਮਲ ਰੀਤ। ਰਹਾਉ ਜਾਪ ਤਾਪ ਅਨੇਕ ਕਰਨੀ, ਸਫਲ ਸਿਮਰਤ ਨਾਮ। ਕਰ ਅਨੁਗ੍ਰਹ ਆਪ ਰਾਖੇ, ਭਏ ਪੂਰਨ ਕਾਮ। ਸਾਸ ਸਾਸ ਨਾ ਬਿਸਰ ਕਬਹੂ, ਬ੍ਰਹਮ ਪ੍ਰਭ ਸਮਰਥ। ਗੁਣ ਅਨਕ ਰਸਨਾ ਕਿਆ ਬਖਾਨੈ, ਅਗਨਤ ਸਦਾ ਅਕਥ। ਦੀਨ ਦਰਦ ਨਿਵਾਰ ਤਾਰਣ, ਦਇਆਲ ਕਿਰਪਾ ਕਰਣ। ਅਟਲ ਪਦਵੀ ਨਾਮ ਸਿਮਰਨ, ਦ੍ਰਿੜ ਨਾਨਕ ਹਰ ਹਰ ਸਰਣ। ਦੀਨ ਦਰਦ ਨਿਵਾਰ ਤਾਰਣ, ਦਇਆਲ ਕਿਰਪਾ ਕਰਣ। ਅਟਲ ਪਦਵੀ ਨਾਮ ਸਿਮਰਨ, ਦ੍ਰਿੜ ਨਾਨਕ ਹਰ ਹਰ ਸਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਪਾਤਸ਼ਾਹ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ ਹੈ ਭਾਈ, ਤਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਧੁਰ ਕੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਚਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਕੀਰਤਨ ਤੋਂ ਪਰੰਤ ਸਤਿਗੁਰਾਂ ਦੇ ਸ਼ਬਦ ਦੀ ਕਥਾ ਸਰਵਣ ਕਰਨ ਲਈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪ ਜੀ ਸਾਵਧਾਨ ਹੋ ਕੇ, ਤਤਪਰ ਹੋ ਕੇ ਜੁੜ ਬੈਠੇ ਹੋ। ਸਤਿਪੁਰਸ਼ ਮਹਾਤਮਾ ਦੱਸਦੇ ਹਨ ਕਿ ਜਦੋਂ ਗੁਰਬਾਣੀ ਦੇ ਕੀਰਤਨ ਦੁਆਰਾ ਇਹ ਮਨ ਟਿਕ ਜਾਂਦਾ ਹੈ, ਜਿਵੇਂ ਕੋਈ ਲੁਹਾਰ ਲੋਹੇ ਨੂੰ ਘੜਨ ਤੋਂ ਪਹਿਲਾਂ ਕਿਸੇ ਭੱਠੀ ਵਿੱਚ ਪਾ ਕੇ ਉਹਨੂੰ ਤਪਾਉਂਦਾ ਹੈ। ਜਦੋਂ ਉਹ ਲੋਹਾ ਪੂਰੇ ਤਾਅ ਤੇ ਆ ਜਾਵੇ ਤੇ ਫਿਰ ਹਥੌੜਾ ਮਾਰ ਕੇ ਉਹਨੂੰ ਕਿਸੇ ਬਰਤਨ ਦੇ ਰੂਪ ਵਿੱਚ ਜਾਂ ਜਿਹੋ ਜਿਹਾ ਉਹਨੇ ਘੜਨਾ ਹੁੰਦਾ ਉਦਾਂ ਦਾ ਘੜ ਲੈਂਦਾ। ਗੁਰਬਾਣੀ ਦੇ ਕੀਰਤਨ ਦੁਆਰਾ ਜਦੋਂ ਸਾਡੀਆਂ ਮਨ ਬਿਰਤੀਆਂ ਸ਼ਾਂਤ ਹੁੰਦੀਆਂ ਹਨ, ਫਿਰ ਸਤਿਗੁਰਾਂ ਦੇ ਸ਼ਬਦ ਦੇ ਹਥੌੜੇ ਦੁਆਰਾ, ਵਿਚਾਰ ਦੇ ਹਥੌੜੇ ਦੁਆਰਾ ਮਨ ਤੇ ਬੁੱਧ ਦੋਨਾਂ ਨੂੰ ਘੜਿਆ ਜਾਂਦਾ ਹੈ।
ਇਹ ਸ਼ਬਦ ਸੱਚੀ ਟਕਸਾਲ ਹੈ, ਜਿਹਦੇ ਵਿੱਚ ਸਾਡਾ ਮਨ, ਸਾਡੀ ਬੁੱਧੀ, ਸਾਡੀ ਸੁਰਤ ਘੜੀ ਜਾਣੀ ਹੈ। ਤੋ ਇਸ ਕਰਕੇ ਪੁਰਾਤਨ ਸਮੇਂ ਤੋਂ ਗੁਰੂ ਘਰ ਦੀ ਇਹ ਮਰਜ਼ਾਦਾ ਰਹੀ ਹੈ, ਗੁਰਬਾਣੀ ਦੇ ਕੀਰਤਨ ਦੇ ਨਾਲ ਗੁਰਬਾਣੀ ਦੀ ਵਿਚਾਰ ਹੋਣੀ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪ੍ਰਕਾਸ਼ ਸਮੇਂ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹੋਇਆਂ, ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਹੋਇਆ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਜ਼ਰੀ ਮਹੱਲਾ ਪੰਜਵਾ। ਗੁਰ ਪ੍ਰਸਾਦੀ ਪ੍ਰਭ ਧਿਆਇਆ, ਗਈ ਸੰਕਾ ਟੂਟ। ਗੋਜਰੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ਼ਬਦ ਹੈ। ਗੁਰੂ ਦੇ ਪ੍ਰਸਾਦ ਦੁਆਰਾ, ਗੁਰ ਪ੍ਰਸਾਦੀ ਦਾ ਮਤਲਬ ਹੈ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਦੁਆਰਾ ਜਦੋਂ ਪ੍ਰਭੂ ਨੂੰ, ਪਰਮੇਸ਼ਰ ਨੂੰ ਧਿਆਇਆ, ਕਿਉਂਕਿ ਪਰਮੇਸ਼ਰ ਨੂੰ ਧਿਆਵਣਾ ਤਾਂ ਹੁੰਦਾ ਜਦੋਂ ਗੁਰੂ ਦੀ ਕਿਰਪਾ ਹੋਵੇ, ਉਦੋਂ ਪ੍ਰਭੂ ਨੂੰ ਧਿਆਈਦਾ। ਜਦੋਂ ਅਸੀਂ ਨਿਤਨੇਮ ਕਰਨ ਲੱਗੀਏ, ਬਾਣੀ ਪੜ੍ਹਨ ਲੱਗੀਏ, ਸਿਮਰਨ ਕਰਨ ਲੱਗੀਏ, ਭਜਨ ਕਰਨ ਲੱਗੀਏ, ਗੁਰੂ ਕੀ ਸੰਗਤ ਵਿੱਚ ਆਉਣ ਲੱਗੀਏ, ਤਾਂ ਉਸ ਵੇਲੇ ਇਹ ਅਨੁਭਵ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ। ਗੁਰੂ ਦੀ ਕਿਰਪਾ ਨਾਲ ਇਹ ਹੋ ਰਿਹਾ ਹੈ। ਚਾਹੇ ਤੁਸੀਂ ਕੋਈ ਵੀ ਕੰਮ ਕਰੋ, ਸੇਵਾ ਕਰੋ, ਸਿਮਰਨ ਕਰੋ, ਭਜਨ ਕਰੋ, ਬਾਣੀ ਪੜ੍ਹੋ, ਉਸ ਵੇਲੇ ਇਹੀ ਸਮਝਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੋ ਰਿਹਾ ਹੈ। ਸਾਡਾ ਕੋਈ ਤਾਣ ਤੇ ਸਾਡਾ ਕੋਈ ਜ਼ੋਰ ਨਹੀਂ ਕਿ ਅਸੀਂ ਕਰ ਸਕੀਏ। ਤੋ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਧਿਆਈਦਾ, ਔਰ ਜਦੋਂ ਪਰਮੇਸ਼ਰ ਨੂੰ ਧਿਆਈਏ ਤਾਂ ਗਈ ਸ਼ੰਕਾ ਟੂਟ। ਅੰਦਰ ਦੇ ਜਿੰਨੇ ਸ਼ੰਕੇ ਨੇ ਫਿਰ ਉਹ ਸਾਰੇ ਟੁੱਟ ਜਾਂਦੇ ਨੇ। ਸਾਰੇ ਸ਼ੰਕਿਆਂ ਦੀ ਅੰਦਰੋਂ ਨਿਰਵਿਰਤੀ ਹੋ ਜਾਂਦੀ ਹੈ। ਸ਼ੰਕੇ ਕਿਤਨੇ ਪ੍ਰਕਾਰ ਦੇ ਨੇ? ਵੈਸੇ ਸਾਰਾ ਸੰਸਾਰ ਹੀ ਸ਼ੰਕਿਆਂ ਦਾ ਘਰ ਹੈ। ਸੰਸਾਰ ਸ਼ਬਦ ਜਿਹੜਾ ਨਾ, ਜਿਹੜਾ ਸੰਸ਼ਿਆਂ ਦਾ ਘਰ ਹੋਵੇ ਉਹਨੂੰ ਕਹਿੰਦੇ ਨੇ ਸੰਸਾਰ। ਜਿਹਦੇ 'ਚ ਹਰ ਵੇਲੇ ਕੋਈ ਨਾ ਕੋਈ ਸੰਦੇਹ, ਕੋਈ ਨਾ ਕੋਈ ਸ਼ੰਕਾ ਬਣਿਆ ਰਵੇ ਉਹਨੂੰ ਕਹਿੰਦੇ ਨੇ ਸੰਸਾਰ। ਤੇ ਜਦੋਂ ਤੱਕ ਪਰਮੇਸ਼ਰ ਨੂੰ ਧਿਆਉਂਦੇ ਨਹੀਂ ਉਦੋਂ ਤੱਕ ਇਹ ਸ਼ੰਕੇ ਨਹੀਂ ਟੁੱਟਦੇ। ਤੋ ਪਰਮੇਸ਼ਰ ਨੂੰ ਧਿਆ ਕੇ ਨਾ ਸਾਰੇ ਸ਼ੰਕਿਆਂ ਦੀ ਨਿਰਵਿਰਤੀ ਹੁੰਦੀ ਹੈ। ਸ਼ੰਕੇ ਉੱਠਦੇ ਹੀ ਉਹਨਾਂ ਹਿਰਦਿਆਂ ਵਿੱਚ ਨੇ ਜਿਹੜੇ ਪਰਮੇਸ਼ਰ ਦੇ ਭਜਨ ਤੋਂ ਵਿਹੂਣੇ ਨੇ। ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ ਉਹਨਾਂ ਅੰਦਰ ਸ਼ੰਕੇ ਨੇ। ਉਹ ਕਈ ਤਰ੍ਹਾਂ ਦੇ ਸ਼ੰਕਿਆਂ ਵਿੱਚ ਗਰਸੇ ਰਹਿੰਦੇ ਨੇ। ਇਹ ਕਿਵੇਂ ਹੋਵੇਗਾ, ਇਹ ਕਿਵੇਂ ਕਰਾਂਗੇ। ਡਾਕਟਰ ਭਾਈ ਵੀਰ ਸਿੰਘ ਜੀ ਦਾ ਕਥਨ ਹੈ। ਉਹ ਕਹਿੰਦੇ ਜਿਹੜੇ ਬਹੁਤੇ ਸਿਆਣੇ ਹੁੰਦੇ ਆ ਨਾ, ਚਤਰ ਚਲਾਕ, ਉਹਨਾਂ ਅੰਦਰ ਇਦਾਂ ਦੇ ਸ਼ੰਕੇ ਬਣੇ ਰਹਿੰਦੇ ਆ। ਉਹ ਕਹਿੰਦੇ ਕੀ ਹੋਇਆ ਤੇ ਕੀਕੂ ਹੋਇਆ। ਖੱਪ ਖੱਪ ਮੂਏ ਸਿਆਣੇ, ਉਸ ਰਾਹੇ ਪਵੇਂ ਕਿਉਂ ਜਿੰਦੇ, ਜਿਤ ਰਾਹੇ ਮੂੰਹ ਮੁਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਉਹ ਕਹਿੰਦੇ ਕੀ ਹੋਇਆ ਤੇ ਕਿਵੇਂ ਹੋਵੇਗਾ। ਬੜੇ ਬੜੇ ਸਿਆਣੇ ਤੇ ਚਤਰ ਲੋਕ ਖੱਪ ਖੱਪ ਕੇ ਮਰ ਗਏ, ਪਰ ਹੇ ਮੇਰੀਏ ਜਿੰਦੇ ਤੂੰ ਉਸ ਰਾਹੇ ਕਿਉਂ ਟੁਰਦੀ ਹੈ ਜਿੱਥੇ ਮੂੰਹ ਮੁਹਾਣੇ ਡਿੱਗਣਾ ਪੈਂਦਾ ਹੈ।
ਇਹੋ ਜਿਹਾ ਹੋਸ਼ਾਂ ਨਾਲੋਂ ਪਰਮੇਸ਼ਰ ਦੇ ਨਾਮ ਦੀ ਮਸਤੀ ਚੰਗੀ ਹੈ ਜਿੱਥੇ ਸੁਰਤ ਟਿਕਾਣੇ ਵਿੱਚ ਟਿਕੀ ਰਹਿੰਦੀ ਹੈ। ਤੋ ਪਰਮੇਸ਼ਰ ਨੂੰ ਧਿਆ ਕੇ ਸਾਰੇ ਸ਼ੰਕੇ ਟੁੱਟ ਜਾਂਦੇ ਨੇ, ਸਾਰੇ ਸ਼ੰਕਿਆਂ ਦੀ ਨਿਰਵਿਰਤੀ ਹੋ ਜਾਂਦੀ ਹੈ। ਦੁਖ ਹਨੇਰਾ ਭੈ ਬਿਨਾਸੇ, ਪਾਪ ਗਏ ਨਿਖੂਟ। ਜਿੰਨੇ ਦੁੱਖ ਹਨੇਰਾ, ਹਨੇਰੇ ਕਰਕੇ ਦੁੱਖ ਨੇ। ਜਿੱਥੇ ਗਿਆਨ ਦੀ ਲੋ ਹੋਵੇ, ਪ੍ਰਕਾਸ਼ ਹੋਵੇ, ਉੱਥੇ ਦੁੱਖ ਨਹੀਂ ਹੈ। ਜਿੱਥੇ ਅਗਿਆਨ ਤੇ ਅਵਿਦਿਆ ਦਾ ਹਨੇਰਾ, ਉੱਥੇ ਦੁੱਖ ਹੈ। ਕਹਿੰਦੇ ਸਾਰਾ ਹਨੇਰਾ ਤੇ ਦੁੱਖ ਦੂਰ ਹੋ ਗਏ, ਭੈ ਬਿਨਾਸੇ, ਸਾਰੇ ਭੈ ਸਾਰੇ ਡਰ ਦੂਰ ਹੋ ਗਏ। ਜਦੋਂ ਅਸੀਂ ਇਤਿਹਾਸ ਵਾਚਦੇ ਹਾਂ, ਸੁਰਤੀ ਵਿੱਚ ਆ ਰਿਹਾ ਹੈ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਜੀ ਦਾ ਇਤਿਹਾਸ। ਇਹ ਉਹ ਵੇੜਾ ਸੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਪੰਜਾਬ 'ਚ ਸਿੰਘ ਨਜ਼ਰ ਨਹੀਂ ਸੀ ਆਉਂਦੇ। ਇੱਧਰ ਰਾਜਸਥਾਨ ਦੇ ਇਲਾਕੇ 'ਚ ਬੁੱਢੇ ਜੋੜ ਤੇ ਬੀਕਾਨੇਰ ਦੇ ਜੰਗਲਾਂ 'ਚ ਸਿੰਘ ਨਿਕਲ ਗਏ ਸੀ। ਪੰਜਾਬ 'ਚ ਕਿਤੇ ਕਿਤੇ ਟਾਵੇਂ ਸਿੰਘ ਦਿਸਦੇ, ਉਹ ਵੀ ਲੁਕ ਛਿਪ ਕੇ ਸਮਾਂ ਪਾਸ ਕਰਦੇ। ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਝਾੜਾਂ ਵਿੱਚ ਲੁਕੇ ਬੈਠੇ ਨੇ ਤੇ ਕੁਝ ਮੁਸਾਫਰ ਲੰਘ ਰਹੇ ਨੇ। ਉਹਨਾਂ ਵੱਲ ਵੇਖ ਕੇ ਇੱਕ ਮੁਸਾਫਰ ਬੋਲਿਆ ਦੂਜੇ ਨੂੰ, ਕਹਿੰਦਾ ਲੱਗਦਾ ਕੋਈ ਸਿੰਘ ਨੇ। ਦੂਜਾ ਕਹਿੰਦਾ ਸਿੰਘ ਕਿੱਥੇ ਲੱਭਣੇ ਨੇ ਅੱਜ ਦੇ ਸਮੇਂ 'ਚ, ਜ਼ਕਰੀਏ ਖਾਨ ਨੇ ਕੋਈ ਸਿੰਘ ਛੱਡਿਆ ਹੀ ਨਹੀਂ। ਕਹਿੰਦਾ ਇਹ ਤਾਂ ਕੋਈ ਬਰੂਪੀਏ ਹੋਣੇ ਨੇ, ਜੇ ਸਿੰਘ ਹੁੰਦੇ ਤੇ ਦੰਗਾ ਕਰਦੇ, ਕਿਤੇ ਲੜਾਈ ਪੜਾਈ ਕਰਦੇ, ਕਿਤੇ ਤਲਵਾਰ ਚਲਦੀ, ਕਿਤੇ ਨੇਜੇ ਚਲਦੇ। ਇਹ ਤਾਂ ਛੁਪ ਕੇ ਬੈਠੇ ਨੇ, ਕੋਈ ਭੇਖੀ ਹੋਣਗੇ। ਜਦੋਂ ਮੁਸਾਫਰਾਂ ਨੇ ਇਹ ਤਾਨਾ ਮਾਰਿਆ ਤੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਜੀ ਝੱਟ ਝਾੜ ਚੋਂ ਬਾਹਰ ਆਣ ਖਲੋਤੇ ਤੇ ਉੱਥੇ ਹੀ ਮੋਰਚਾ ਲਾ ਲਿਆ। ਆਪ ਜੀ ਜਦੋਂ ਸ੍ਰੀ ਤਰਨਤਾਰਨ ਸਾਹਿਬ ਜਾਂਦੇ ਹੋ ਜੰਡਿਆਲੇ ਤੋਂ, ਰਸਤੇ ਵਿੱਚ ਨਗਰ ਆਉਂਦਾ ਨੂਰ ਦੀ ਸਰਾਂ, ਉੱਥੇ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਉੱਥੇ 4 ਡੰਡੇ ਗੱਡ ਕੇ, ਉੱਤੇ ਝਾੜ ਜਿਹਾ ਪਾ ਕੇ, ਘਾਹ ਜਿਹਾ ਪਾ ਕੇ ਤੇ ਆਪਣੀ ਚੌਂਕੀ ਬਣਾ ਲਈ। ਇਹ ਮੇਨ ਲਾਂਘਾ ਸੀ ਖਾਲਸਾ ਜੀ ਲਾਹੌਰ ਨੂੰ ਜਾਣ ਦਾ। ਤੇ ਉੱਥੇ ਚੌਂਕੀ ਲਾ ਲਈ, ਟੋਲ ਟੈਕਸ ਲਾ ਲਿਆ ਵੀ ਜਿਹੜਾ ਲੰਘੇਗਾ ਇੱਥੇ ਮਾਇਆ ਦੇ ਕੇ ਜਾਵੇਗਾ। 5-4 ਦਿਨ ਇਦਾਂ ਲੰਘੇ। ਦੋਵੇਂ ਸਿੰਘ ਵਿਚਾਰ ਕਰਨ ਲੱਗੇ ਵੀ ਆਪਣਾ ਕੰਮ ਮਾਇਆ ਇਕੱਠੀ ਕਰਨਾ ਤਾਂ ਨਹੀਂ ਹੈ, ਆਪਾਂ ਤਾਂ ਦੱਸਣਾ ਵੀ ਅਸੀਂ ਮੁੱਕੇ ਨਹੀਂ। ਚਿੱਠੀ ਲਿਖੀਏ। ਬਾਬੇ ਬੋਤਾ ਸਿੰਘ ਨੇ ਚਿੱਠੀ ਲਿਖੀ ਜ਼ਕਰੀਏ ਨੂੰ, ਤੇ ਜਦੋਂ ਚਿੱਠੀ ਲਿਖੀ ਤੇ ਚਿੱਠੀ ਪੜ੍ਹਦਿਆਂ ਸਾਰ ਜ਼ਕਰੀਆ ਅੱਗ ਦਾ ਭੰਬੂਲਾ ਹੋਇਆ। ਉਸੇ ਵੇਲੇ ਫੌਜਾਂ ਭੇਜੀਆਂ। ਬਾਬਾ ਗਰਜਾ ਸਿੰਘ ਬੋਤਾ ਸਿੰਘ ਜੀ ਦੁਸ਼ਮਣ ਨੂੰ ਕਹਿਣ ਲੱਗੇ ਅਸੀਂ ਸੋਟਿਆਂ ਨਾਲ ਲੜਾਂਗੇ, ਤੁਸੀਂ ਸ਼ਸਤਰਾਂ ਨਾਲ ਲੜੋ। ਸੋਟਿਆਂ ਨਾਲ ਹੀ ਮਾਰ ਕੇ ਅਨੇਕਾਂ ਵੈਰੀ ਜ਼ਮੀਨ ਤੇ ਭੁੰਜਿਆਂ ਸੁੱਟ ਦਿੱਤੇ। ਫਿਰ ਉਹਨਾਂ ਗੋਲੀਆਂ ਆਦਿਕ ਮਾਰ ਕੇ ਦੋਨਾਂ ਸਿੰਘਾਂ ਨੂੰ ਸ਼ਹੀਦ ਕੀਤਾ। ਭੈ ਤਾਂ ਹੈ ਹੀ ਨਹੀਂ ਖਾਲਸੇ ਦੇ ਅੰਦਰ, ਡਰ ਤਾਂ ਹੈ ਹੀ ਨਹੀਂ ਗੁਰੂ ਕੇ ਯੋਧਿਆਂ ਦੇ ਅੰਦਰ, ਕਿਉਂਕਿ ਜਿਹੜੇ ਪਰਮੇਸ਼ਰ ਦੇ ਭਜਨ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦਾ ਭੈ ਬਿਨਸ ਜਾਂਦਾ। ਇੱਥੇ ਸਾਹਿਬ ਕਹਿ ਰਹੇ ਨੇ ਦੁੱਖ ਹਨੇਰਾ ਭੈ ਬਿਨਾਸੇ, ਉਹਨਾਂ ਅੰਦਰੋਂ ਭੈ ਬਿਨਸ ਜਾਂਦਾ, ਡਰ ਬਿਨਸ ਜਾਂਦਾ ਹੈ। ਪਾਪ ਗਏ ਨਿਖੂਟ, ਔਰ ਜਿੰਨੇ ਉਹਨਾਂ ਦੇ ਕੀਤੇ ਹੋਏ ਜਨਮ ਜਨਮਾਂਤਰਾਂ ਦੇ ਪਾਪ ਨੇ ਉਹ ਪਾਪ ਵੀ ਨਿਖੁੱਟ ਜਾਂਦੇ ਨੇ। ਨਿਖੂਟ ਦਾ ਮਤਲਬ ਹੁੰਦਾ ਮੁੱਕ ਜਾਣੇ, ਖਤਮ ਹੋ ਜਾਣੇ, ਸਮਾਪਤ ਹੋ ਜਾਣੇ। ਉਹਨਾਂ ਦੇ ਜਿੰਨੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨੇ ਉਹ ਕੱਟੇ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ ਜਿਹੜੇ ਪ੍ਰਭੂ ਨੂੰ ਧਿਆਉਂਦੇ ਹਨ। ਹਰ ਹਰ ਨਾਮ ਕੀ ਮਨ
ਪ੍ਰੀਤ। ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਮੇਰੇ ਮਨ ਵਿੱਚ ਪ੍ਰੀਤ ਲੱਗੀ ਹੋਈ ਹੈ। ਉਹਦੇ ਨਾਮ ਦਾ ਪ੍ਰੇਮ, ਉਹਦੇ ਨਾਮ ਦਾ ਪਿਆਰ ਮੇਰੇ ਹਿਰਦੇ ਵਿੱਚ ਬਣਿਆ ਹੋਇਆ ਹੈ। ਮਿਲ ਸਾਧ ਬਚਨ ਗੋਬਿੰਦ ਧਿਆਏ, ਮਹਾ ਨਿਰਮਲ ਰੀਤ। ਸਾਧੂ ਜਨਾਂ ਦੇ ਬਚਨਾਂ ਵਿੱਚ ਮਿਲ ਕੇ, ਯਾਨੀ ਕਿ ਸਾਧੂਆਂ ਦੀ ਸੰਗਤ ਕਰਕੇ ਜੋ ਉਹਨਾਂ ਦੇ ਬਚਨ ਸੁਣਨ ਨੂੰ ਮਿਲਣ, ਉਹਨਾਂ ਬਚਨਾਂ ਵਿੱਚ ਮਿਲਣ ਦਾ ਮਤਲਬ ਹੁੰਦਾ ਉਹਨਾਂ ਬਚਨਾਂ ਨੂੰ ਕਮਾ ਕੇ। ਸਾਧੂਆਂ ਦੇ ਬਚਨ ਕਮਾਈ ਦੇ ਨੇ ਖਾਲਸਾ ਜੀ। ਉਹਨਾਂ ਦੇ ਬਚਨਾਂ ਨੂੰ ਕਮਾ ਕੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਕਹਿੰਦੇ ਸਾਧੂਆਂ ਨਾਲ ਮਿਲ ਕੇ, ਉਹਨਾਂ ਦੇ ਬਚਨ ਕਮਾ ਕੇ ਅਸੀਂ ਗੋਬਿੰਦ ਨੂੰ, ਪਰਮੇਸ਼ਰ ਨੂੰ ਧਿਆਇਆ ਹੈ। ਜਿਸ ਗੋਬਿੰਦ ਨੂੰ, ਪਰਮੇਸ਼ਰ ਨੂੰ ਧਿਆ ਕੇ ਮਹਾ ਨਿਰਮਲ ਰੀਤ, ਸਾਨੂੰ ਅਤੀ ਨਿਰਮਲ ਰੀਤ ਦੀ ਮਰਿਆਦਾ ਦੀ ਪ੍ਰਾਪਤੀ ਹੋ ਗਈ ਹੈ। ਨਿਰਮਲ ਰੀਤ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਨਿਰਮਲ ਰਹੁ ਰੀਤ ਮਿਲ ਗਈ ਹੈ, ਪਵਿੱਤਰ ਰਹੁ ਰੀਤ ਦੀ ਪ੍ਰਾਪਤੀ ਹੋ ਗਈ ਹੈ। ਰਹਾਉ ਜਾਪ ਤਾਪ ਅਨੇਕ ਕਰਨੀ, ਸਫਲ ਸਿਮਰਤ ਨਾਮ। ਸਾਡੇ ਕੀਤੇ ਹੋਏ ਅਨੇਕ ਪ੍ਰਕਾਰ ਦੇ ਜਪ ਤਪ ਔਰ ਅਨੇਕ ਪ੍ਰਕਾਰ ਦੀਆਂ ਸ਼ੁਭ ਕਰਨੀਆਂ, ਇਹ ਉਦੋਂ ਸਫਲ ਹੁੰਦੀਆਂ ਨੇ ਜਦੋਂ ਪਰਮੇਸ਼ਰ ਦਾ ਨਾਮ ਸਿਮਰੀਏ। ਕੋਈ ਜਪ ਕਰ ਲੋ, ਕੋਈ ਤਪ ਕਰ ਲੋ। ਤਪ ਕਈ ਪ੍ਰਕਾਰ ਦਾ ਹੈ। ਗੁਰਸਿੱਖ ਦਾ ਤਪ ਹੈ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਹ ਤਪ ਹੈ। ਤਪੱਸਿਆ ਹੀ ਹੈ ਨਾ, ਵੀ ਜਿਸ ਸਮੇਂ ਲੋਕਾਂ ਨੂੰ ਨੀਂਦ ਪਿਆਰੀ ਉਦੋਂ ਗੁਰਸਿੱਖ ਉੱਠ ਕੇ ਤਿਆਰ ਬਰ ਤਿਆਰ ਹੋਵੇ, ਤਪ ਹੈ। ਪਰ ਇਹ ਤਪ ਸਫਲ ਕਦੋਂ ਹੁੰਦਾ? ਜਿੰਨੀਆਂ ਅਸੀਂ ਕਰਨੀਆਂ ਕਰਦੇ ਹਾਂ, ਅਨੇਕ ਕਰਨੀ, ਚਾਹੇ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣ ਦੀ ਗੱਲ ਹੋਵੇ, ਕਿਸੇ ਨਗਨ ਨੂੰ ਵਸਤਰ ਦੇਣ ਦੀ ਗੱਲ ਹੋਵੇ, ਕਿਸੇ ਪਿਆਸੇ ਨੂੰ ਜਲ ਛਕਾਉਣ ਦੀ ਗੱਲ ਹੋਵੇ, ਇਹ ਜਿੰਨੀਆਂ ਵੀ ਕਰਨੀਆਂ ਨੇ ਇਹ ਉਦੋਂ ਸਫਲ ਹੁੰਦੀਆਂ ਨੇ ਜਦੋਂ ਨਾਮ ਸਿਮਰੀਏ। ਸਫਲ ਸਿਮਰਤ ਨਾਮ, ਪਰਮੇਸ਼ਰ ਦਾ ਨਾਮ ਸਿਮਰ ਕੇ ਸਭ ਕੁਝ ਸਫਲ ਹੁੰਦਾ ਹੈ। ਜਿੰਨੇ ਜਪ ਤਪ ਆਦਿਕ ਅਨੇਕ ਪ੍ਰਕਾਰ ਦੇ ਕਰਮ ਨੇ, ਇਹ ਅਕਾਲ ਪੁਰਖ ਦੇ ਸਿਮਰਨ ਦੁਆਰਾ ਸਫਲ ਹੁੰਦੇ ਹਨ। ਕਰ ਅਨੁਗ੍ਰਹ ਆਪ ਰਾਖੇ, ਭਏ ਪੂਰਨ ਕਾਮ। ਵਾਹਿਗੁਰੂ ਨੇ ਸਾਡੇ ਤੇ ਆਪਣਾ ਅਨੁਗ੍ਰਹ ਕੀਤਾ। ਅਨੁਗ੍ਰਹ ਕਹਿੰਦੇ ਨੇ ਉਹਦੀ ਦਇਆ, ਉਹਦੀ ਕਿਰਪਾ, ਉਹਦੀ ਮਿਹਰਾਮਤ। ਅਕਾਲ ਪੁਰਖ ਜੀ ਨੇ ਸਾਡੇ ਤੇ ਆਪਣਾ ਅਨੁਗ੍ਰਹ ਕਰਕੇ ਸਾਨੂੰ ਆਪ ਰੱਖ ਲਿਆ ਔਰ ਸਾਡੇ ਸਾਰੇ ਕੰਮ ਪੂਰਨ ਹੋ ਗਏ ਨੇ। ਭਏ ਪੂਰਨ ਕਾਮ, ਸਾਡੇ ਸਾਰੇ ਕੰਮ ਸਫਲ ਹੋ ਗਏ ਨੇ, ਜੀਵਨ ਸਫਲ ਹੋ ਗਿਆ ਹੈ। ਸਾਸ ਸਾਸ ਨਾਮ ਬਿਸਰ ਕਬਹੂ, ਬ੍ਰਹਮ ਪ੍ਰਭ ਸਮਰੱਥ। ਹੇ ਬ੍ਰਹਮ, ਤੂੰ ਸਰਬ ਕਲਾ ਸਮਰੱਥ ਦੇਵ ਹੈ। ਤੇ ਹੇ ਬ੍ਰਹਮ ਜੀ, ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਆ ਅਕਾਲ ਪੁਰਖ ਜੀ, ਇਹ ਤਰਸ ਕਰੋ ਕਿ ਸਾਡੇ ਸਵਾਸ ਸਵਾਸ ਸਹਿਤ ਤੁਸੀਂ ਸਾਨੂੰ ਚੇਤੇ ਰਹੋ, ਸਾਡੇ ਹਿਰਦੇ 'ਚੋਂ ਨਾ ਵਿਸਰੋ। ਅਕਾਲ ਪੁਰਖ ਨੂੰ ਬੇਨਤੀ ਕਰ ਰਹੇ ਨੇ, ਵਾਹਿਗੁਰੂ ਹਰ ਸਾਹ ਨਾਲ ਸਾਨੂੰ ਚੇਤੇ ਰਹੋ, ਸਾਡੇ ਹਿਰਦੇ 'ਚੋਂ ਤੁਹਾਡਾ ਕਦੇ ਵੀ ਨਾਮ ਨਾ ਵਿਸਰੇ। ਗੁਣ ਅਨਕ ਰਸਨਾ ਕਿਆ ਬਖਾਨੈ, ਅਗਨਤ ਸਦਾ ਅਕਥ। ਮਹਾਰਾਜ ਜੀ, ਤੁਹਾਡੇ ਅਨੇਕਾਂ ਹੀ ਗੁਣ ਨੇ। ਮੈਂ ਆਪਣੀ ਇੱਕ ਜੀਵ ਇੱਕ ਰਸਨਾ ਨਾਲ ਕਿੱਥੇ ਤੱਕ ਵਰਣਨ ਕਰਕੇ ਕਹਾਂ। हे ਪ੍ਰਭੂ, ਤੂੰ ਅਗਨਤ ਹੈ ਔਰ ਸਦਾ ਹੀ ਅਕਥ ਹੈ, ਨਾ ਕਥਿਆ ਜਾਣ ਵਾਲਾ ਹੈ, ਸਦਾ ਹੀ ਅਕਥ ਹੈ। ਦੀਨ ਦਰਦ ਨਿਵਾਰ ਤਾਰਣ, ਦਇਆਲ ਕਿਰਪਾ ਕਰਣ। हे ਪ੍ਰਭੂ ਜੀ, ਤੁਸੀਂ ਦੀਨਾਂ ਦੇ ਦਰਦ ਨਿਵਾਰਨੇ ਵਾਲੇ ਹੋ, ਦਿਆਲੂ ਹੋ ਔਰ ਇਹ ਸੰਸਾਰ ਤੋਂ ਤਾਰਨ ਦੀ ਸਮਰੱਥਾ ਰੱਖਣ ਵਾਲੇ
ਕਿਰਪਾ ਦੇ ਸੁਆਮੀ ਹੋ, ਕਿਰਪਾ ਦੇ ਮਾਲਕ ਹੋ। ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਣ। ਮਹਾਰਾਜ ਜੀ, ਤੁਹਾਡੇ ਨਾਮ ਦੇ ਸਿਮਰਨ ਦੁਆਰਾ ਅਟਲ ਪਦਵੀ ਪ੍ਰਾਪਤ ਹੁੰਦੀ ਹੈ। ਦ੍ਰਿੜ ਨਾਨਕ ਹਰ ਹਰ ਸਰਣ। ਹੇ ਹਰੀ ਜੀ, ਮੈਂ ਤੁਹਾਡੀ ਸ਼ਰਨ ਨੂੰ ਆਪਣੇ ਹਿਰਦੇ 'ਚ ਦ੍ਰਿੜ ਕਰਦਾ ਹਾਂ, ਪਰਪੱਕ ਕਰਦਾ ਹਾਂ। ਆਪ ਜੀ ਦਾ ਅੰਮ੍ਰਿਤ ਨਾਮ ਸਾਡੇ ਹਿਰਦਿਆਂ ਵਿੱਚ ਅਟਲ ਪਦਵੀ ਦੇਣ ਵਾਲਾ, ਯਾਨੀ ਕਿ ਇਸ ਹਿਰਦੇ ਨੂੰ, ਇਸ ਮਨ ਨੂੰ ਟਿਕਾ ਬਖਸ਼ਿਸ਼ ਕਰਨ ਵਾਲਾ ਹੈ। ਲੜੀਵਾਰ